ਉੱਥੇ ਹੀ ਗੱਲ ਕਰ ਲੈਂਦੇ ਆ ਕਿ ਜਦੋਂ ਪ੍ਰਕਾਸ਼ ਸਿੰਘ ਬਾਦਲ ਦੀ ਬੇਟੀ ਦਾ ਵਿਆਹ ਸੀਗਾ ਤਾਂ ਉਸੇ ਦੌਰਾਨ ਉਹਨਾਂ ਦੀ ਗ੍ਰਿਫਤਾਰੀ ਵੀ ਹੋਈ ਸੀ। ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਆਪਣੀ ਸਿਕਿਉਰਿਟੀ ਨੂੰ ਲੈ ਕੇ। ਸੋ ਸਿਕਿਉਰਿਟੀ ਨੂੰ ਲੈ ਕੇ ਜਿਹੜੀ ਪਟੀਸ਼ਨ ਦਾਇਰ ਕੀਤੀ ਗਈ ਹੈ, ਉਸ ਪਟੀਸ਼ਨ ਤੇ ਹੁਣ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵੱਲੋਂ ਸੂਬਾ ਸਰਕਾਰ ਨੂੰ ਯਾਨੀ ਕਿ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ। ਸਿਕਿਉਰਿਟੀ ਘਟਾਈ ਜਾਂਦੀ ਹੈ ਤਾਂ ਸਿੱਧੂ ਮੂਸੇਵਾਲੇ ਦਾ ਕਤਲ ਤੱਕ ਹੋ ਜਾਂਦਾ ਹੈ, ਜਿਸ ਤੋਂ ਬਾਅਦ ਉਹ ਮਾਮਲਾ ਵੀ ਹਾਈ ਕੋਰਟ ਪਹੁੰਚ ਜਾਂਦਾ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਸਵਾਗਤ ਸਕਸੈਨਾ। ਸੋ ਅਸੀਂ ਲੈ ਕੇ ਹਾਜ਼ਰ ਹੋਏ ਹਾਂ ਸਾਡਾ ਖਾਸ ਪ੍ਰੋਗਰਾਮ ਪੱਖ ਦਾ ਮੁੱਦਾ। ਜੀ ਹਾਂ, ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਾਂਗੇ ਉਹਨਾਂ ਖਬਰਾਂ ਦੇ ਬਾਰੇ ਜੋ ਪੰਜਾਬ ਦੇ ਵਿੱਚ ਖਾਸ ਕਰ ਭੱਕੀਆਂ ਹੋਈਆਂ ਨੇ, ਜਿਨ੍ਹਾਂ ਤੇ ਵਿਚਾਰ ਚਰਚਾ ਕਰਨੀ ਲਾਜ਼ਮੀ ਹੋ ਜਾਂਦੀ ਹੈ। ਸੋ ਇਨ੍ਹਾਂ ਹੀ ਪੱਖ ਦੇ ਮੁੱਦਿਆਂ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸਾਡੇ ਸਹਿਯੋਗੀ ਸਤਨਾਮ ਸਿੰਘ ਬਠੋਈ ਜੀ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਸਰ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਧੰਨਵਾਦ ਜੀ। ਸੋ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਸਾਡੇ ਸਭ ਤੋਂ ਪਹਿਲੇ ਮੁੱਦੇ ਨਾਲ, ਜੋ ਕਿ ਬਹੁਤ ਹੀ ਗਮਗੀਨ ਮੁੱਦਾ ਹੈ ਪ੍ਰਕਾਸ਼ ਸਿੰਘ ਬਾਦਲ ਦਾ। ਜੀ ਹਾਂ, ਉਹਨਾਂ ਦਾ ਦੇਹਾਂਤ ਹੋ ਚੁੱਕਿਆ ਹੈ। ਸੋ ਉਹਨਾਂ ਦਾ ਅੰਤਿਮ ਸੰਸਕਾਰ ਹੋ ਰਿਹਾ ਹੈ। ਸੋ ਇਸ ਮੌਕੇ ਅਸੀਂ ਜਾਣਨਾ ਚਾਹਾਂਗੇ ਕਿ ਕਿਹੜੀਆਂ ਵੱਡੀਆਂ ਜਿਹੜੀ ਸ਼ਖਸੀਅਤਾਂ ਨੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਪਹੁੰਚੀਆਂ ਨੇ। ਜੀ, ਪ੍ਰਕਾਸ਼ ਸਿੰਘ ਬਾਦਲ ਦਾ ਬੀਤੇ ਦਿਨ ਹੀ ਦੇਹਾਂਤ ਹੋਇਆ। ਇਸ ਦੇ ਚੱਲਦਿਆਂ ਪੂਰੇ ਸਿਆਸੀ ਗਲਿਹਾਰਿਆਂ ਵਿੱਚ ਜਿਹੜਾ ਅਸੀਂ ਦੇਖ ਰਹੇ ਹਾਂ ਕਿ ਸੋਗ ਦੀ ਲਹਿਰ ਦੇਖੀ ਜਾ ਰਹੀ ਹੈ। ਜਿੱਥੇ ਉਹਨਾਂ ਦੇ ਅੰਤਿਮ ਦਰਸ਼ਨ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚੇ ਚੰਡੀਗੜ੍ਹ, ਤਾਂ ਇਸੇ ਦੌਰਾਨ ਅੱਜ ਉਹਨਾਂ ਦਾ ਸੰਸਕਾਰ ਹੋਣ ਜਾ ਰਿਹਾ। ਤਾਂ ਜਿੱਥੇ ਚੰਡੀਗੜ੍ਹ ਤੋਂ ਲੈ ਕੇ ਬਾਦਲ ਪਿੰਡ ਤੱਕ ਲੋਕਾਂ ਨੇ ਉਹਨਾਂ ਦੇ ਅੰਤਿਮ ਦਰਸ਼ਨ ਕੀਤੇ ਆ ਤੇ ਉਹਨਾਂ ਦੀ ਜਿਹੜੀ ਯਾਤਰਾ ਸੀਗੀ, ਉਹਨਾਂ ਦੀ ਵੈਨ ਸੀਗੀ, ਐਂਬੂਲੈਂਸ ਸੀ ਮੌਕੇ ਤੇ, ਤਾਂ ਉਸ ਤੇ ਵੀ ਫੁੱਲ ਵਰਾਏ ਗਏ। ਸੋ ਇੰਨਾ ਜਿਹੜਾ ਆਪਣਾਪਣ ਲੋਕਾਂ ਨੇ ਦਿਖਾਇਆ ਮੌਕੇ ਤੇ, ਕਿਤੇ ਨਾ ਕਿਤੇ ਜਿਹੜਾ ਬਾਦਲ ਸਾਹਿਬ ਨੇ 5 ਵਾਰੀ ਮੁੱਖ ਮੰਤਰੀ ਬਣ ਕੇ ਕਿਤੇ ਨਾ ਕਿਤੇ ਲੋਕਾਂ ਦਾ ਪਿਆਰ ਜ਼ਰੂਰ ਖੱਟਿਆ। ਹਾਲਾਂਕਿ ਬਹੁਤ ਸਾਰੇ ਉਹਨਾਂ ਤੇ ਚਰਚਾ ਵੀ ਹੁੰਦੀਆਂ ਰਹਿੰਦੀਆਂ ਨੇ ਜਾਂ ਉਹਨਾਂ ਤੇ ਸਵਾਲੀਆ ਚਿੰਨ੍ਹ ਖੜੇ ਹੁੰਦੇ ਰਹੇ ਮੌਕੇ ਤੇ, ਪਰ ਜੋ ਹੁਣ ਦੇਖਿਆ ਜਾ ਰਿਹਾ ਹੈ ਤਾਂ ਇਸੇ ਦੌਰਾਨ ਬਹੁਤ ਸਾਰੀਆਂ ਸ਼ਖਸੀਅਤਾਂ ਨੇ ਜਿਹੜੀਆਂ ਪਹੁੰਚ ਰਹੀਆਂ ਨੇ। ਜਿੱਥੇ ਨਾਮੀ ਸ਼ਖਸੀਅਤਾਂ ਪਹੁੰਚ ਰਹੀਆਂ ਨੇ, ਉੱਥੇ ਹੀ ਸਿਆਸਤ ਨਾਲ ਜੁੜੇ ਹੋਏ ਵੱਡੇ ਲੀਡਰ ਜਿਹੜੇ ਆ, ਜਿਵੇਂ ਕਿ ਰਾਜਸਥਾਨ ਤੋਂ ਲਾ ਲਓ ਸਚਿਨ ਪਾਇਲਟ ਹੋ ਗਏ, ਹਰਿਆਣਾ ਤੋਂ ਚਟਾਲਾ ਪਰਿਵਾਰ ਹੋ ਗਿਆ। ਸੋ ਇਸ ਦੇ ਚੱਲਦਿਆਂ ਗੱਲ ਕਰੀਏ ਤਾਂ ਮਹਾਰਾਸ਼ਟਰ ਤੋਂ ਸਰਦ ਪਵਾਰ ਜਿਹੜੇ ਆ ਮੌਕੇ ਤੇ ਪਹੁੰਚੇ ਆ। ਸੋ ਵੱਖ-ਵੱਖ ਜਿਹੜੇ ਸਿਆਸੀ ਆਗੂ ਉਹਨਾਂ ਨੂੰ ਅੰਤਮ ਜਿਹੜੇ ਆ ਦਰਸ਼ਨ ਕਰਨ ਜਾਂ ਉਹਨਾਂ ਨੂੰ ਸ਼ਰਧਾਂਜਲੀ ਦੇਣ ਪਹੁੰਚ ਰਹੇ ਨੇ। ਸੋ ਉੱਥੇ ਹੀ ਬਾਦਲ ਪਿੰਡ ਵਿੱਚ ਉਹਨਾਂ ਦਾ ਸੰਸਕਾਰ ਕੀਤਾ ਜਾ ਰਿਹਾ। ਤਾਂ ਇਸੇ ਦੌਰਾਨ ਜੋ 5 ਵਾਰੀ ਮੁੱਖ ਮੰਤਰੀ ਰਹੇ ਨੇ ਸੂਬੇ ਦੇ, ਸੋ ਉਹਨਾਂ ਦੇ ਕਾਰਜਕਾਲ ਤੇ ਜ਼ਰੂਰ ਹਰ ਇੱਕ ਜਿਹੜੇ ਆ ਹੁਣ ਲੋਕਾਂ ਵੱਲੋਂ ਆਪ ਮੁਹਾਰੇ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ, ਜੋ ਅਕਸਰ ਹੁੰਦੀਆਂ ਨੇ ਕਿ ਜਦੋਂ ਕੋਈ ਵਿਅਕਤੀ ਦੀ ਜਿਹੜਾ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਜਿਹੜੀਆਂ ਚੰਗੀਆਂ ਚੀਜ਼ਾਂ ਨੇ ਉਹ ਆਖਰਕਾਰ ਲੋਕਾਂ ਨੂੰ ਦਿਖਾਈ ਦੇਣ ਲੱਗ ਜਾਂਦੀਆਂ ਨੇ। ਸੋ ਇਸ ਦੇ ਚੱਲਦਿਆਂ ਹੁਣ ਜਿਹੜਾ ਅੱਜ ਪ੍ਰਕਾਸ਼ ਸਿੰਘ ਬਾਦਲ ਦਾ ਸੰਸਕਾਰ ਕੀਤਾ ਜਾ ਰਿਹਾ ਪਿੰਡ ਬਾਦਲ ਵਿੱਚ। ਸੋ ਉੱਥੇ ਬਹੁਤ ਸਾਰੇ ਜਿਹੜੇ ਸਿਆਸੀ ਆਗੂ ਨੇ, ਵੱਖ-ਵੱਖ ਹੰਸਰਾਜ ਹੰਸ ਨੇ ਜਿਹੜੇ ਭਾਜਪਾ ਦੇ MP ਨੇ, ਸੋ ਹੋਰ ਬਹੁਤ ਸਾਰੇ ਲੀਡਰ ਜਿਹੜੇ ਆ ਉਹਨਾਂ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਨੇ। ਸੋ ਇਸ ਦੇ ਚੱਲਦਿਆਂ ਜਿਹੜਾ ਮੁੱਖ ਮੰਤਰੀ ਤੱਕ ਦਾ ਦੌਰ ਰਿਹਾ, ਉਹਨਾਂ ਨੇ ਕਿਵੇਂ ਸੰਘਰਸ਼ਮਈ ਜੀਵਨ ਵਿੱਚੋਂ ਪਾਰਟੀ ਨੂੰ ਵੀ ਕੱਢਿਆ ਨਾਲ। ਜਿੱਥੇ ਉਹਨਾਂ ਦਾ ਸੰਘਰਸ਼ਮਈ ਜੀਵਨ ਰਿਹਾ, ਪਾਰਟੀ ਵੀ ਸੰਘਰਸ਼ਮਈ ਰਹੀ ਹੈ, ਕਿਉਂਕਿ ਹਾਰਾਂ ਜਿੱਤਾਂ ਹੁੰਦੀਆਂ ਰਹਿੰਦੀਆਂ ਨੇ ਤੇ ਹਾਰ ਤੋਂ ਬਾਅਦ ਜਦੋਂ ਪਾਰਟੀ ਨੂੰ ਸਾਂਭਣਾ ਹੁੰਦਾ ਹੈ ਉਹ ਆਪਣੇ ਆਪ 'ਚ ਇੱਕ ਵੱਡਾ ਜਿਹੜਾ ਰੋਲ ਹੁੰਦਾ ਹੈ। ਜਿਹੜਾ ਇਹ ਗੱਲ ਵੀ ਹੈ, ਜਦ ਵੀ ਆਪਣੀ ਸਿਆਸਤ ਦੇ ਵਿੱਚ ਰਹੇ ਨੇ ਮੋਰੀ, ਸੋ ਉਹਨਾਂ ਦੇ ਕਾਫੀ ਇਲਜ਼ਾਮ ਲੱਗੇ ਨੇ, ਪਰ ਅੱਜ ਤੱਕ ਉਹਨਾਂ ਤੇ ਪ੍ਰਕਾਸ਼ ਸਿੰਘ ਬਾਦਲ ਤੇ ਕੋਈ ਵੀ ਇਲਜ਼ਾਮ ਜਿਹੜਾ ਹੈ ਸਾਬਤ ਨਹੀਂ ਹੋਇਆ। ਸੋ ਬਹੁਤ ਹੀ ਸਿਰਕੱਢ ਸ਼ਖਸੀਅਤ ਰਹੇ ਨੇ, ਸੋ ਆਪਣੇ ਸੂਝਵਾਨ ਰਹੇ ਨੇ, ਸਿਆਸਤ ਦੇ ਬਾਬਾ ਬੋੜ ਨੇ। ਸੋ ਇਸੇ ਵਿਚਾਲੇ ਜਿਹੜਾ ਹੈ ਬਹੁਤ ਹੀ ਉੱਗੀਆਂ, ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਮੋਦੀ ਤੱਕ ਵੀ ਉਹਨਾਂ ਨੂੰ ਸ਼ਰਧਾਂਜਲੀ ਫੁੱਲ ਭੇਟ ਕਰਨ ਲਈ ਉੱਥੇ ਪਹੁੰਚੇ। ਸੋ ਵੱਡੀਆਂ ਜਿਹੜੀ ਸ਼ਖਸੀਅਤਾਂ ਨੇ ਉਹਨਾਂ ਨੂੰ ਯਾਦ ਕਰ ਰਹੀਆਂ ਨੇ। ਜੀ, ਸੋ ਉੱਥੇ ਹੀ ਗੱਲ ਕਰ ਲੈਂਦੇ ਆ ਕਿ ਜਦੋਂ ਪ੍ਰਕਾਸ਼ ਸਿੰਘ ਬਾਦਲ ਦੀ ਬੇਟੀ ਦਾ ਵਿਆਹ ਸੀਗਾ ਤਾਂ ਉਸੇ ਦੌਰਾਨ ਉਹਨਾਂ ਦੀ ਗ੍ਰਿਫਤਾਰੀ ਵੀ ਹੋਈ ਸੀਗੀ, ਜੋ ਹੁਣ ਆਖਰਕਾਰ ਲੋਕਾਂ ਦੀ ਚਰਚਾਵਾਂ 'ਚ ਹੈ। ਗ੍ਰਿਫਤਾਰੀ ਕਿਉਂ ਹੋਈ ਸੀਗੀ? ਉਹਨਾਂ ਵੱਲੋਂ ਜਿਹੜਾ ਇੱਕ ਧਰਨਾ ਲਗਾਇਆ ਗਿਆ ਸੀਗਾ, ਉਸ ਦੇ ਚੱਲਦਿਆਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇੱਕ ਗ੍ਰਿਫਤਾਰੀ ਹੁੰਦੀ ਹੈ ਕੋਈ ਗਲਤ ਕੰਮ ਕਰਕੇ ਗ੍ਰਿਫਤਾਰ ਹੁੰਦਾ ਹੈ, ਤੇ ਦੂਜੇ ਪਾਸੇ ਪਾਰਟੀਆਂ ਲਈ ਸੰਘਰਸ਼ ਕਰਕੇ ਗ੍ਰਿਫਤਾਰੀਆਂ ਦੇਣਾ, ਜਿਹੜਾ ਕੱਟ ਕੇ ਆਪਣੀ ਪਾਰਟੀ ਨੂੰ ਉਸ ਮੁਕਾਮ ਤੇ ਲੈ ਆਣਾ ਕਿ ਜਿਹੜੀਆਂ ਜੇਲ੍ਹਾਂ ਵਿੱਚ ਉਹ ਆਪ ਰਹੇ ਹੋਣ ਉਸ ਦੇ ਮੁੱਖ ਮੰਤਰੀ ਬਣ ਜਾਣਾ, ਉਹਨਾਂ ਜੇਲ੍ਹਾਂ ਦੀ ਹੀ ਅਗਵਾਈ ਕਰਨਾ, ਉਸ ਜੇਲ੍ਹ ਦੇ ਹੀ ਮਿਨਿਸਟਰ ਬਣ ਜਾਣਾ, ਇਹ ਆਪਣੇ ਆਪ 'ਚ ਇੱਕ ਜਿੱਤ ਹੁੰਦੀ ਆ ਵਿਅਕਤੀ ਦੀ। ਸੋ ਮੁੱਖ ਮੰਤਰੀ ਭਗਵੰਤ ਮਾਨ ਬਾਦਲ ਦੇ ਜਿਹੜੇ ਆ ਲਿਖੇ ਆਏ ਸੀਗੇ। ਸੋ ਇਸ ਦੇ ਚੱਲਦਿਆਂ ਹੁਣ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਪ੍ਰਕਾਸ਼ ਸਿੰਘ ਬਾਦਲ, ਉਹਨਾਂ ਦੇ ਪੂਰੇ ਪਰਿਵਾਰ ਵਿੱਚ ਜਿਹੜਾ ਸੋਗ ਦੀ ਲਹਿਰ ਦੇਖੀ ਜਾ ਰਹੀ ਹੈ। ਵੱਖ-ਵੱਖ ਤਸਵੀਰਾਂ ਜਿਹੜੀਆਂ ਹੁਣ ਸੋਸ਼ਲ ਮੀਡੀਆ ਤੇ ਆ ਰਹੀਆਂ, ਸੁਖਬੀਰ ਸਿੰਘ ਬਾਦਲ ਦੀ ਲਾ ਲਓ ਜਾਂ ਹਰਸਿਮਰਤ ਕੌਰ ਬਾਦਲ ਦੀ, ਅਨੰਤ ਵੀਰ ਬਾਦਲ ਹੈ ਜਿਹੜਾ ਸੁਖਬੀਰ ਬਾਦਲ ਦਾ ਬੇਟਾ ਹੈ, ਉਸ ਦੀ ਤਸਵੀਰ ਲਾ ਲਓ, ਮਨਪ੍ਰੀਤ ਬਾਦਲ, ਸਾਰਾ ਪਰਿਵਾਰ। ਬੀਤੇ ਸਾਲ ਦੌਰਾਨ ਅਸੀਂ ਦੇਖਿਆ ਕਿ ਕੁਝ ਸਾਲ ਪਹਿਲਾਂ ਹੀ ਜਿਹੜੇ ਆ
ਪ੍ਰਕਾਸ਼ ਸਿੰਘ ਬਾਦਲ ਦੇ ਵੱਡੇ ਭਰਾ ਜਿਹੜੇ ਆ ਗੁਰਦਾਸ ਬਾਦਲ, ਉਹਨਾਂ ਦੀ ਜਿਹੜੀ ਆ ਡੈਥ ਹੋਈ ਸੀ, ਉਦੋਂ ਵੀ ਦੇਖਿਆ ਗਿਆ ਸੀਗਾ ਕਿ ਬਹੁਤ ਸਾਰੇ ਜਿਹੜਾ ਬਾਦਲ ਪਰਿਵਾਰ ਹੈ ਜਿਹੜਾ ਇੱਕਜੁੱਟ ਨਜ਼ਰ ਆਇਆ। ਸੋ ਉੱਥੇ ਹੀ ਭਾਵੇਂ ਕਿ ਜਿਹੜਾ ਬਾਦਲ ਪਰਿਵਾਰ ਸਿਆਸੀ ਤੌਰ ਤੇ ਵੱਖ-ਵੱਖ ਪਾਰਟੀਆਂ 'ਚ ਵਿਚਰਦਾ ਹੈ, ਪਰ ਜਦੋਂ ਬਾਦਲ ਪਰਿਵਾਰ ਤੇ ਕੋਈ ਵਿਪਤਾ ਜਾਂ ਕੋਈ ਸਮਾਂ ਹੁੰਦਾ ਹੈ, ਉਹ ਕਿਤੇ ਨਾ ਕਿਤੇ ਜ਼ਰੂਰ ਇਕੱਠੇ ਨਜ਼ਰ ਆਉਂਦੇ ਨੇ, ਜੋ ਅਸਲ ਵਿੱਚ ਇਨਸਾਨੀਅਤ ਕਹਿੰਦੀ ਹੈ। ਹਾਲਾਂਕਿ ਸਾਡੇ ਲੱਖ ਮਤਭੇਦ ਹੁੰਦੇ ਨੇ, ਪਰ ਜਦੋਂ ਵਿਅਕਤੀ ਤੇ ਕੋਈ ਦੁੱਖ ਪੈਂਦਾ ਜਾਂ ਕੋਈ ਇੱਦਾਂ ਦੀ ਘੜੀ ਆ ਜਾਂਦੀ ਹੈ, ਸਾਨੂੰ ਜ਼ਰੂਰ ਇਕਜੁੱਟਤਾ ਉੱਥੇ ਨਜ਼ਰ ਦਿਖਾਣੀ ਚਾਹੀਦੀ ਹੈ। ਜੀ ਬਿਲਕੁਲ ਸਹੀ ਕਿਹਾ ਤੁਸੀਂ। ਬਹੁਤ ਹੀ ਸਿਰਕੜ ਸ਼ਖਸੀਅਤ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਰਹੇ ਨੇ ਆਪਣੇ ਜੀਵਨ ਕਾਲ ਦੇ ਵਿੱਚ, ਸਿਆਸਤ ਦੇ ਵਿੱਚ ਬਾਬਾ ਬੋਹੜ ਨੇ। ਸੋ ਇਸ ਦੇ ਨਾਲ ਹੀ ਜਿਹੜਾ ਹੈ ਕਾਫੀ ਉੱਘੀਆਂ ਸ਼ਖਸੀਅਤਾਂ ਵੱਲੋਂ ਟਵੀਟ ਕਰਕੇ ਉਹਨਾਂ ਨੂੰ ਦੇਸ਼ਾਂ ਵਿਦੇਸ਼ਾਂ ਤੋਂ ਸ਼ਰਧਾਂਜਲੀ ਦੇ ਫੁੱਲ ਭੇਟ ਕੀਤੇ ਗਏ ਨੇ ਸਰਦਾਰ ਬਾਦਲ ਨੂੰ। ਸੋ ਇਸੇ ਵਿਚਾਲੇ ਉਹਨਾਂ ਦਾ ਅੰਤਿਮ ਸੰਸਕਾਰ ਹੋ ਰਿਹਾ। ਸੋ ਹਰ ਇੱਕ ਅੱਖ ਜਿਹੜੀ ਹੈ ਨਾਮ ਹੈ। ਸੋ ਬਾਦਲ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ। ਸੋ ਕਾਫੀ ਉੱਥੇ ਲੋਕ ਬਹੁਤ ਭਾਵੁਕ ਨੇ ਉਹਨਾਂ ਦੇ ਅੰਤਿਮ ਦਰਸ਼ਨ ਦੇ ਲਈ। ਜੀ, ਇੱਥੋਂ ਤੱਕ ਕਿ ਦੇਸ਼ ਵਿੱਚ ਵੀ 2 ਦਿਨ ਦਾ ਜਿਹੜਾ ਸੋਗ ਦਾ ਜਿਹੜਾ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੋਇਆ, ਜਿਸ ਦੇ ਚੱਲਦਿਆਂ ਝੰਡਾ ਵੀ ਜਿਹੜਾ ਨੀਵਾਂ ਜਿਹੜਾ ਦਿਖਾਈ ਦਿੱਤਾ, ਸਾਡੇ ਦੇਸ਼ ਦਾ ਫਲੈਗ ਹੈ ਜੋ, ਉਹ ਵੀ ਅੱਜ ਨੀਵਾਂ ਕਰਕੇ ਦਿਖਾਇਆ ਗਿਆ ਕਿ ਅਸੀਂ ਮੁੱਖ ਮੰਤਰੀ ਹੁੰਦੇ ਆ ਜਿਹੜੇ ਸਿਆਸਤ ਵਿੱਚ 5 ਵਾਰੀ ਜਿਹੜਾ ਮੁੱਖ ਮੰਤਰੀ ਬਣ ਕੇ ਗਿਆ ਸੀ, ਉਸ ਨੂੰ ਸ਼ਰਧਾਂਜਲੀ 5 ਵਾਰ ਮੁੱਖ ਮੰਤਰੀ, 11 ਵਾਰ ਵਿਧਾਇਕ ਬਣੇ ਤੇ 3 ਵਾਰੀ ਉਹ ਆਪੋਜੀਸ਼ਨ ਦੇ ਲੀਡਰ ਰਹੇ ਤੇ 1 ਵਾਰੀ ਜਿਹੜੇ ਆ ਕੇਂਦਰੀ ਵਜ਼ੀਰ ਵੀ ਰਹੇ। ਮਤਲਬ ਕਿ ਕੇਂਦਰ ਸਰਕਾਰ 'ਚ ਵੀ ਉਹਨਾਂ ਨੇ ਜਿਹੜਾ ਕੰਮ ਕੀਤਾ। ਕੇਂਦਰ ਸਰਕਾਰ 'ਚ ਵੀ ਫਰੀਦਕੋਟ ਤੋਂ 1 ਵਾਰ ਉਹ MP ਦੀ ਇਲੈਕਸ਼ਨ ਜਿੱਤੇ ਸੀ, ਤਾਂ ਇਸੇ ਦੌਰਾਨ ਉਹਨਾਂ ਨੂੰ ਵਜ਼ਾਰਤ ਜਿਹੜੇ ਕੇਂਦਰੀ ਸਰਕਾਰ ਦੇ ਵਿੱਚ ਲੈਣਾ ਪਿਆ। ਭਾਜਪਾ ਦੀ ਜਦੋਂ ਸਰਕਾਰ ਸੀ, ਜੋ ਇਸ ਦੇ ਚੱਲਦਿਆਂ ਹੁਣ ਉਹਨਾਂ ਨੂੰ ਵੱਖ-ਵੱਖ ਤਰੀਕੇ ਨਾਲ ਜਿਹੜੀਆਂ ਸ਼ਰਧਾਂਜਲੀਆਂ ਦਿੱਤੀਆਂ ਜਾ ਰਹੀਆਂ ਨੇ। ਜੀ, ਸੋ ਅਜਿਹੇ ਸੂਰਮੇ ਕਦੀ ਕਦਾਈ ਹੀ ਜੰਮਦੇ ਨੇ। ਸੋ ਅਸੀਂ ਇਹ ਦੁਆ ਕਰਦੇ ਨੇ ਕਿ ਅੱਗੇ ਵੀ ਜਿਹੜਾ ਪੰਜਾਬ ਦੀ ਭਲਾਈ ਦੇ ਲਈ ਅਜਿਹੀ ਸੂਰਮੇ ਅੱਗੇ ਵੀ ਆਉਣ। ਜੀ, ਸੋ ਇੱਥੇ ਅੱਗੇ ਅਸੀਂ ਵਧਦੇ ਹਾਂ। ਸੋ ਅਗਲਾ ਮੁੱਦਾ ਲੈਣੇ ਅਸੀਂ ਨਵਜੋਤ ਸਿੰਘ ਸਿੱਧੂ ਦਾ, ਜਿੱਥੇ ਕਿ ਨਵਜੋਤ ਸਿੰਘ ਸਿੱਧੂ ਨੂੰ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਆਪਣੀ ਸਿਕਿਉਰਿਟੀ ਨੂੰ ਲੈ ਕੇ। ਸੋ ਸਿਕਿਉਰਿਟੀ ਨੂੰ ਲੈ ਕੇ ਜਿਹੜੀ ਪਟੀਸ਼ਨ ਦਾਇਰ ਕੀਤੀ ਗਈ ਹੈ, ਉਸ ਪਟੀਸ਼ਨ ਤੇ ਹੁਣ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵੱਲੋਂ ਸੂਬਾ ਸਰਕਾਰ ਨੂੰ ਯਾਨੀ ਕਿ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਗਿਆ। ਸੋ ਅਸੀਂ ਜਾਣਨਾ ਚਾਹਾਂਗੇ ਕਿ ਇਹ ਨੋਟਿਸ ਦੇ ਵਿੱਚ ਕੀ ਕਿਹਾ ਗਿਆ, ਸੋ ਪੂਰਾ ਮਾਮਲਾ ਕੀ ਹੈ। ਜੀ, ਜਿਵੇਂ ਅਸੀਂ ਦੇਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ 2022 ਵਿੱਚ, ਉਸ ਤੋਂ ਬਾਅਦ ਜਿਹੜਾ ਸਿਕਿਉਰਿਟੀ ਘਟਾਉਣ ਦਾ ਜਿਹੜਾ ਇੱਕ ਰੋਲ ਜਿਹੜਾ ਸਰਕਾਰ ਆਪਣੇ ਆਪ ਵਿੱਚ ਪੇਸ਼ ਕਰਨ ਲੱਗੀ ਕਿ ਅਸੀਂ ਸਿਕਿਉਰਿਟੀ ਘਟਾ ਕੇ ਜਿਹੜਾ ਖਰਚ ਬਚਾਵਾਂਗੇ। ਸੋ ਉਸ ਤੋਂ ਬਾਅਦ ਅਸੀਂ ਕੁਝ ਦੇਖਿਆ ਕਿ ਸਿਕਿਉਰਿਟੀ ਘਟਾਈ ਜਾਂਦੀ ਹੈ ਤਾਂ ਸਿੱਧੂ ਮੂਸੇਵਾਲੇ ਦਾ ਕਤਲ ਤੱਕ ਹੋ ਜਾਂਦਾ ਹੈ, ਜਿਸ ਤੋਂ ਬਾਅਦ ਉਹ ਮਾਮਲਾ ਵੀ ਹਾਈ ਕੋਰਟ ਪਹੁੰਚ ਜਾਂਦਾ ਹੈ ਕਿ ਆਖਰਕਾਰ ਸਿਕਿਉਰਿਟੀ ਕਿਉਂ ਘਟਾਈ ਗਈ ਜਾਂ ਉਸ ਦੀ ਜਾਣਕਾਰੀ ਲੀਕ ਕਿਸ ਨੇ ਕੀਤੀ, ਜਿਸ ਦੇ ਚੱਲਦੇ ਹੁਣ ਜਿਹੜਾ ਨਵਜੋਤ ਸਿੰਘ ਸਿੱਧੂ ਜੇਲ੍ਹ ਤੋਂ ਬਾਹਰ ਆਏ। ਕਿਉਂਕਿ ਜਦੋਂ ਚੋਣਾਂ ਹੋਈਆਂ ਸੀਗੀਆਂ, ਇਲੈਕਸ਼ਨ ਹਾਰੀ ਜਿਹੜੇ ਨਵਜੋਤ ਸਿੰਘ ਸਿੱਧੂ ਨੇ, ਉਹਨਾਂ ਤੋਂ ਕੁਝ ਸਮੇਂ ਬਾਅਦ ਜਿਹੜੇ ਉਹਨਾਂ ਨੂੰ ਜੇਲ੍ਹ ਜਾਣਾ ਪਿਆ, ਜਿਹੜਾ ਉਹਨਾਂ ਦਾ ਰੋਡ ਰੇਜ਼ ਮਾਮਲਾ ਸੀਗਾ। ਉਸ ਦੇ ਚੱਲਦਿਆਂ ਹੁਣ ਜਿਹੜੀ ਉਹਨਾਂ ਨੂੰ ਸਿਕਿਉਰਿਟੀ ਦੀ ਕਿਤੇ ਨਾ ਕਿਤੇ ਮਹਿਸੂਸ ਲੋੜ ਹੋ ਰਹੀ ਹੈ, ਕਿਉਂਕਿ ਇੱਕ ਪਿੱਛੇ ਚਰਚਾ ਛਿੜੀ ਕਿ ਉਹਨਾਂ ਦੀ ਛੱਤ ਤੇ ਕੋਈ ਵਿਅਕਤੀ ਚੜ੍ਹ ਗਿਆ ਸੀਗਾ, ਜਿਸ ਦੇ ਚੱਲਦਿਆਂ ਉਹਨਾਂ ਨੂੰ ਖਤਰਾ ਕਿਤੇ ਆਪਣੇ ਪਰਿਵਾਰ ਨੂੰ ਲੈ ਕੇ ਜਾਂ ਆਪਣੇ ਆਪ ਨੂੰ ਲੈ ਕੇ ਸਤਾ ਰਿਹਾ। ਇਸ ਦੇ ਚੱਲਦਿਆਂ ਉਹਨਾਂ ਨੇ ਹੁਣ ਹਾਈ ਕੋਰਟ ਦਾ ਰੁਖ ਕੀਤਾ ਸੀਗਾ। ਹਾਈ ਕੋਰਟ ਵੱਲੋਂ ਜਿਹੜਾ ਨੋਟਿਸ ਜਾਰੀ ਕੀਤਾ ਗਿਆ ਹੁਣ ਪੰਜਾਬ ਸਰਕਾਰ ਨੂੰ ਕਿ ਸਾਨੂੰ ਦੱਸਿਆ ਜਾਵੇ ਕਿ ਕੀ ਕਾਰਨ ਨੇ ਕਿ ਜਿਹੜੀ ਇਹਨਾਂ ਦੀ ਸਿਕਿਉਰਿਟੀ ਘਟਾਈ ਗਿਆ। ਉੱਥੇ ਹੀ ਗੱਲ ਕਰ ਲੈਂਦੇ ਆ ਕਿ ਜੈਡ ਸਿਕਿਉਰਿਟੀ ਤੱਕ ਦੀ ਮੰਗ ਜਿਹੜੀ ਹੈ ਨਵਜੋਤ ਸਿੰਘ ਸਿੱਧੂ ਵੱਲੋਂ ਕੀਤੀ ਜਾ ਰਹੀ ਹੈ। ਸੋ ਕਿਤੇ ਨਾ ਕਿਤੇ ਇਹ ਵੀ ਲੱਗਦਾ ਹੈ ਸਵਾਤੀ ਮੈਡਮ ਕਿ ਜੇਕਰ ਕੋਈ ਲੀਡਰ ਉੱਗਦਾ ਹੈ, ਕੋਈ ਅੱਗੇ ਆ ਕੇ ਅਗਵਾਈ ਕਰਦਾ ਕਿਸੇ ਪਾਰਟੀ ਦੀ, ਤਾਂ ਜ਼ਰੂਰ ਉਹਨੂੰ ਸੁਰੱਖਿਆ ਵਿੱਚ ਰੱਖਣਾ ਚਾਹੀਦਾ ਹੈ। ਕਿਉਂਕਿ ਇਹ ਨਹੀਂ ਹੈਗਾ ਕਿ ਜੇਕਰ ਕੋਈ ਲੋਕਾਂ ਦੀ ਆਵਾਜ਼ ਬੁਲੰਦ ਕਰਦਾ ਹੈ ਤਾਂ ਉਹ ਅਜਾਈਂ ਚਲਾ ਜਾਵੇ। ਕਿਉਂਕਿ ਸਿੱਧੂ ਮੂਸੇਵਾਲੇ ਦੇ ਅਸੀਂ ਦੇਖ ਲਿਆ ਕਿ ਐਡਾ ਕਤਲਕਾਂਡ ਹੋਇਆ ਕਿ ਜਿਸ ਨੌਜਵਾਨ ਨੇ ਪੂਰੇ ਪੰਜਾਬ ਦਾ ਨਾਮ ਪੂਰੇ ਵਰਲਡ ਵਿੱਚ ਜਿਹੜਾ ਕੀਤਾ ਹੋਵੇ, ਉਸ ਨੂੰ ਇੱਕ ਸਿਰਫ ਸਿਕਿਉਰਿਟੀ ਪਿੱਛੇ ਆਪਣਾ ਜਿਹੜਾ ਜਾਨ ਗਵਾਉਣੀ ਪਈ। ਕਿਉਂਕਿ ਇਸ ਤੇ ਹਾਈ ਕੋਰਟ ਵੱਲੋਂ ਵੀ ਜਿਹੜੀ ਟਿੱਪਣੀ ਕੀਤੀ ਗਈ ਸੀਗੀ ਕਿ ਜਿਵੇਂ ਹੀ ਜਾਂ ਅਸੀਂ ਜਿਹੜੇ ਇਸ ਜਿਹੜੀ ਏਜੰਸੀਆਂ ਨੇ ਜਿਹੜੀ ਕੰਮ ਕੀਤਾ, ਉਹਨਾਂ ਨੇ ਜਿਹੜਾ ਖੂਬ ਇਸ ਤੇ ਸਿੱਧੀ ਟਿੱਪਣੀ ਇਹੀ ਕੀਤੀ ਹੈ ਕਿ ਜਦੋਂ ਸਿਕਿਉਰਿਟੀ ਘਟੀ ਸੀ ਸਿੱਧੂ ਮੂਸੇਵਾਲੇ ਦੀ, ਤਾਂ ਕਾਤਲਾਂ ਨੇ ਜਿਹੜੇ ਆਪਣੇ ਅੰਜਾਮ ਨੂੰ ਦੇਣ ਲਈ ਇਸ ਸੁਰੱਖਿਆ ਲੀਕ ਹੋਈ, ਉਹਨਾਂ ਦੀ ਸੁਰੱਖਿਆ ਦੀ ਜਿਹੜੀ ਰਿਪੋਰਟ ਸੀਗੀ ਉਹ ਲੀਕ ਹੋ ਜਾਂਦੀ ਹੈ। ਤਾਂ ਉਸ ਤੋਂ ਬਾਅਦ ਜਿਹੜੇ ਇਹ ਕਾਤਲ ਹੁੰਦੇ ਨੇ ਉਹ ਸਰਗਰਮ ਹੋ ਜਾਂਦੇ ਨੇ ਸਿੱਧੂ ਮੂਸੇਵਾਲੇ ਦੀ ਮੌਤ ਦਾ ਅੰਜਾਮ ਦੇਣ ਨੂੰ। ਸੋ ਇਸ ਦੇ ਚੱਲਦਿਆਂ ਹੁਣ ਇਹ ਮਾਮਲਾ ਬੜਾ ਗੰਭੀਰ ਹੈ ਕਿ ਜਿਹੜੇ ਸਿਆਸੀ ਆਗੂ ਨੇ ਉਹਨਾਂ ਤੇ ਜ਼ਰੂਰ ਸੁਰੱਖਿਆ ਬਣਨੀ ਚਾਹੀਦੀ ਹੈ। ਕਿਉਂਕਿ ਹੁਣ ਜੇਕਰ ਨਵਜੋਤ ਸਿੰਘ ਸਿੱਧੂ ਦੀ ਗੱਲ ਕਰੀਏ ਤਾਂ ਨਵਜੋਤ ਸਿੰਘ ਸਿੱਧੂ ਨੇ ਕਰਤਾਰਪੁਰ ਸਾਹਿਬ
ਕੋਰੀਡੋਰ ਬਣਵਾਉਣ ਵਿੱਚ ਵੱਡਾ ਰੋਲ ਅਦਾ ਕੀਤਾ ਹੈ, ਕਿਉਂਕਿ ਜੋ ਕੋਈ ਸੋਚ ਨਹੀਂ ਸਕਦਾ ਸੀਗਾ। ਲੰਬੇ ਅਰਸੇ ਤੋਂ ਅਰਦਾਸਾਂ ਹੁੰਦੀਆਂ ਆਈਆਂ ਨੇ, ਸਿੱਖ ਸੰਗਤਾਂ ਅਰਦਾਸਾਂ ਕਰਦੀਆਂ ਸੀਗੀਆਂ ਕਿ ਹਾਲਾਂਕਿ ਦੇਸ਼ ਵੰਡੇ ਗਏ ਪਰ ਜਿਹੜੀਆਂ ਦਿਲ ਦੀਆਂ ਭਾਵਨਾਵਾਂ ਨੇ ਉਹ ਕਿਤੇ ਨਾ ਕਿਤੇ ਇਕਜੁੱਟ ਸੀਗੀਆਂ। ਉਸ ਦੇ ਚੱਲਦਿਆਂ ਜਿਹੜੀਆਂ ਅਰਦਾਸਾਂ ਹੋਈਆਂ, ਅਰਦਾਸਾਂ ਤੋਂ ਬਾਅਦ ਵੱਡਾ ਜਿਹੜਾ ਅਸੀਂ ਸਮਾਂ ਦੇਖਿਆ ਕਿ ਪਾਕਿਸਤਾਨ ਸਰਕਾਰ ਨੇ ਵੱਡਾ ਦਿਲ ਦਿਖਾਇਆ, ਕੇਂਦਰ ਸਰਕਾਰ ਨੇ ਵੱਡਾ ਦਿਲ ਦਿਖਾਇਆ, ਤਾਂ ਕੋਰੀਡੋਰ ਜਿਹੜਾ ਰਸਤਾ ਜਿਹੜਾ ਕਰਤਾਰਪੁਰ ਸਾਹਿਬ ਦਾ ਖੋਲ੍ਹਿਆ ਗਿਆ। ਜਿਸ ਦੇ ਚੱਲਦਿਆਂ ਸਿੱਖ ਸੰਗਤਾਂ ਦੀ ਵੱਡੇ ਅਰਸੇ ਤੋਂ ਚੱਲੀ ਆ ਰਹੀ ਮੰਗ ਉਹ ਪੂਰੀ ਹੋਈ ਸੀ। ਸੋ ਇਸ ਦੇ ਚੱਲਦਿਆਂ ਹੁਣ ਜੇਕਰ ਨਵਜੋਤ ਸਿੰਘ ਸਿੱਧੂ ਇੱਕ ਐਡੇ ਵੱਡੇ ਕੰਮ ਵਿੱਚ ਆਪਣਾ ਰੋਲ ਕਿਤੇ ਨਾ ਕਿਤੇ ਨਿਭਾ ਸਕਦੇ ਨੇ, ਤਾਂ ਦੇਸ਼ ਦੇ ਸੂਬੇ ਲਈ ਦੀ ਗੱਲ ਕਰਨੇ ਆ, ਸੂਬੇ ਦੀ ਭਲਾਈ ਲਈ ਵੀ ਕਿਤੇ ਨਾ ਕਿਤੇ ਉਹ ਕੁਝ ਤਾਂ ਕੁਝ ਕਰ ਹੀ ਰਹੇ ਹੋਣਗੇ, ਕਰਨ ਲਈ ਸੋਚ ਵੀ ਰਹੇ ਹੋਣਗੇ। ਸੋ ਇਸ ਦੇ ਚੱਲਦਿਆਂ ਉਹਨਾਂ ਦੀਆਂ ਗਤੀਵਿਧੀਆਂ 'ਤੇ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਤੇ ਸੁਰੱਖਿਆ ਜ਼ਰੂਰ ਦੇਣੀ ਚਾਹੀਦੀ ਹੈ। ਹਾਲਾਂਕਿ ਸਾਡੇ ਦੇਸ਼ 'ਚ ਇਹ ਵੀ ਦੇਖਿਆ ਗਿਆ ਸਵਾਤੀ ਮੈਡਮ, ਜੇ ਕੋਈ ਵੱਡਾ ਕੋਈ ਮਰਡਰ ਕਰ ਦਿੰਦਾ ਜਾਂ ਕਿਸੇ ਤਰ੍ਹਾਂ ਦੀ ਉਹ ਹੋ ਜਾਂਦੀ ਹੈ ਤਾਂ ਉਸ ਨੂੰ ਜਿਹੜਾ ਸਿਕਿਉਰਿਟੀ ਤੱਕ ਮਿਲ ਜਾਂਦੀ ਹੈ ਕਿ ਹਾਲਾਂਕਿ ਜੇਲ੍ਹ ਜਾਣਾ ਪੈਂਦਾ ਪਰ ਉਸ ਦੇ ਪਰਿਵਾਰ ਨੂੰ ਕਈ ਵਾਰ ਸਿਕਿਉਰਿਟੀ ਤੱਕ ਮਿਲ ਜਾਂਦੀ ਹੈ। ਸੋ ਇਸ ਦੇ ਚੱਲਦਿਆਂ ਹੁਣ ਜਿਹੜੇ ਨਵਜੋਤ ਸਿੰਘ ਸਿੱਧੂ ਦੇ ਹਾਈ ਕੋਰਟ ਜਾਣ ਕਰਕੇ ਜਿਹੜਾ ਉਹਨਾਂ ਨੂੰ ਫਟਕਾਰ ਲੱਗੀ ਹੈ ਪੰਜਾਬ ਸਰਕਾਰ ਨੂੰ, ਤੇ ਉਹਨਾਂ ਤੋਂ ਜਵਾਬ ਮੰਗਿਆ ਗਿਆ ਕਿ ਆਖਰਕਾਰ ਅਜਿਹਾ ਕਿਉਂ ਹੋ ਰਿਹਾ। ਬੀਤੇ ਦਿਨ ਹੀ ਜਿਹੜੇ ਲੋਕਾਂ ਨੇ ਸਿੱਧੂ ਮੂਸੇਵਾਲੇ ਦੇ ਜਿਹੜੀ ਆ ਸਿਕਿਉਰਿਟੀ ਦਾ ਜਿਹੜਾ ਗੱਲ ਕਰ ਲੈਂਦੇ ਆ ਕਿ ਜਾਣਕਾਰੀ ਲੀਕ ਕੀਤੀ ਸੀਗੀ, ਉਸ 'ਤੇ ਵੀ ਜਿਹੜਾ ਹਾਈ ਕੋਰਟ ਵਿੱਚ ਸੁਣਵਾਈ ਹੋਈ ਆ, ਉਸ 'ਤੇ ਵੀ ਫਟਕਾਰ ਜਿਹੜੇ ਆ ਹਾਈ ਕੋਰਟ ਵੱਲੋਂ ਲਗਾਈ ਗਈ ਆ ਕਿ ਆਖਰਕਾਰ ਇੰਨੀ ਕਾਨੂੰਨੀ ਹਰਕਤ ਕਿਵੇਂ ਕਰ ਸਕਦੇ ਹੋ ਕਿ ਇੱਕ ਜਿਹੜਾ ਸਿਕਿਉਰਿਟੀ ਕਿਉਂ ਦਿੱਤੀ ਗਈ ਲੋਕਾਂ ਨੂੰ ਕਿ ਉਹ ਜਿਹੜਾ ਸਿਕਿਉਰਿਟੀ ਆ ਪੁਲਿਸ ਮੁਲਾਜ਼ਮ ਦਾ ਜਿਹੜਾ ਡਰ ਹੈ, ਜਿਹੜਾ ਕੋਈ ਕਿਸੇ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਦਾ ਉਸ 'ਤੇ ਬਣਿਆ ਰਹੇ, ਪਰ ਤੁਸੀਂ ਸਿਕਿਉਰਿਟੀ ਲੀਕ ਕਰਕੇ ਉਸ ਜਾਣਕਾਰੀ ਲੀਕ ਕਰਕੇ ਇਹੀ ਸਭ ਕੁਝ ਕਰਤਾ ਕਿ ਤੁਸੀਂ ਅੰਜਾਮ ਕੋਈ ਵੀ ਘਟਨਾ ਨੂੰ ਦੇ ਸਕਦੇ ਹੋ। ਇਸ ਦੇ ਚੱਲਦੇ ਹਾਈ ਕੋਰਟ ਵੱਲੋਂ ਵੀ ਬੀਤੇ ਦਿਨ ਉਹਨਾਂ 'ਤੇ ਸਖਤ ਆਈ ਜਿਹੜੀ ਵਰਤੀ ਗਈ ਹੈ, ਸਖਤ ਦੀ ਭਾਸ਼ਾ ਜਿਹੜੀ ਉਹਨਾਂ ਲੋਕਾਂ 'ਤੇ ਵਰਤੀ ਗਈ ਹੈ ਜਿਨ੍ਹਾਂ ਨੇ ਸਿਕਿਉਰਿਟੀ ਦੀ ਖਬਰ ਲੀਕ ਕੀਤੀ ਸੀ। ਜੀ ਇੱਥੇ ਇਹ ਵੀ ਤੁਹਾਨੂੰ ਦੱਸ ਦਿੰਦੇ ਆ ਕਿ ਜਦੋਂ ਨਵਜੋਤ ਸਿੰਘ ਸਿੱਧੂ ਕੇਂਦਰੀ ਪਟਿਆਲਾ ਜੇਲ੍ਹ ਤੋਂ ਬਾਹਰ ਆਏ ਸਨ, ਉਸ ਸਮੇਂ ਉਹਨਾਂ ਨੂੰ ਇੱਕ ਕੁਐਸਚਨ ਪੁੱਛਿਆ ਗਿਆ ਕਿ ਤੁਹਾਡੀ ਸੁਰੱਖਿਆ ਘਟਾਈ ਗਈ ਹੈ। ਸੋ ਉਹਨਾਂ ਦਾ ਇਹ ਰਿਪਲਾਈ ਸੀਗਾ ਕਿ ਜਿਵੇਂ ਸਿੱਧੂ ਮੂਸੇਵਾਲਾ ਮਰਵਾਦਾ ਹੈ ਤਾਂ ਇੱਕ ਹੋਰ ਸਿੱਧੂ ਤੁਸੀਂ ਮਰਵਾ ਸਕਦੇ ਹੋ। ਸੇ ਪੰਜਾਬ ਸਰਕਾਰ ਤੇ ਤਿੱਖਾ ਨਿਸ਼ਾਨਾ ਸੀ ਨਵਜੋਤ ਸਿੰਘ ਸਿੱਧੂ ਦਾ ਜੇਲ੍ਹ ਤੋਂ ਬਾਹਰ ਆਉਂਦੇ ਹੀ। ਸੋ ਇੱਥੇ ਕਿਤੇ ਨਾ ਕਿਤੇ ਸਿਆਸੀ ਜਿਹੜੇ ਦਿੱਗਜ ਹੁੰਦੇ ਨੇ ਉਹਨਾਂ ਦੀ ਸੁਰੱਖਿਆ ਕਾਫੀ ਯਕੀਨੀ ਹੋ ਜਾਂਦੀ ਹੈ, ਕਿਉਂਕਿ ਜੇਕਰ ਉਹ ਸੁਰੱਖਿਅਤ ਰਹਿਣਗੇ ਤਾਂ ਹੀ ਪੰਜਾਬ ਦਾ ਭਲਾ ਸੋਚ ਸਕਦੇ ਨੇ। ਸੋ ਇੱਥੇ ਅਸੀਂ ਹੁਣ ਅੱਗੇ ਵਧਦੇ ਹਾਂ, ਉਹ ਵੀ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ। ਹੁਣ ਜਿਹੜੀ ਹੈ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਹੀ ਭਗਵੰਤ ਮਾਨ ਦੀ ਜਿਹੜੀ ਹੈ ਤਾਰੀਫ ਕੀਤੀ ਗਈ। ਉਹ ਇਸ ਤਰ੍ਹਾਂ ਹੈ ਕਿਉਂਕਿ ਜਿਹੜੇ ਬੀਤੇ ਦਿਨੀ ਜੰਮੂ ਕਸ਼ਮੀਰ ਦੇ ਵਿੱਚ ਜਿਹੜੇ ਪੰਜਾਬ ਦੇ 4 ਨੌਜਵਾਨ ਸ਼ਹੀਦ ਹੋਏ ਨੇ ਉਹਨਾਂ ਨੂੰ ਚੈੱਕ ਵੰਡੇ ਗਏ ਨੇ। ਸੋ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਮਾਨ ਸਰਕਾਰ ਦੀ ਜਿਹੜੀ ਹੈ ਤਾਰੀਫ ਕੀਤੀ ਗਈ ਹੈ। ਸੋ ਇਸ ਤੇ ਤੁਸੀਂ ਕੀ ਕਹਿਣਾ ਚਾਹੋਗੇ? ਜੀ, ਬੀਤੇ ਦਿਨੇ ਪੁੰਛ ਜ਼ਿਲ੍ਹੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਜਿਹੜਾ ਹਮਲਾ ਹੋਇਆ ਸੀਗਾ ਜਵਾਨਾਂ ਦੀ ਗੱਡੀ 'ਤੇ, ਤਾਂ ਇਸੇ ਦੌਰਾਨ ਜਿਹੜੇ 4 ਜਵਾਨ ਸੀਗੇ ਉਸ ਵਿੱਚ ਪੰਜਾਬ ਤੋਂ ਸੀ ਅਤੇ ਉਹ ਸ਼ਹੀਦ ਹੋਏ ਸੀ, ਤਾਂ ਇੱਕ ਜਿਹੜਾ ਸੀਗਾ ਉਹ ਬਾਹਰਲੇ ਸੂਬੇ ਸੀ, ਜਿਸ ਦੇ ਚੱਲਦਿਆਂ ਪਹਿਲਾਂ ਹੀ ਸਾਡੀਆਂ ਸਰਕਾਰਾਂ ਵੱਲੋਂ ਜਾਂ ਪੰਜਾਬ ਸਰਕਾਰ ਵੱਲੋਂ ਵੱਡਾ ਜਿਹੜਾ ਇਸ 'ਤੇ ਜਿਹੜੀ ਜਾਂ ਗੱਲ ਕਰ ਲੈਂਦੇ ਆ ਕਿ ਉਹਨਾਂ ਪਰਿਵਾਰਾਂ ਨੂੰ ਕੋਈ ਸਹਾਇਤਾ ਦੇਣ ਲਈ ਵੱਡਾ ਕਦਮ ਚੁੱਕਿਆ ਗਿਆ ਸੀਗਾ ਕਿ ਜਿਹੜੇ ਪਰਿਵਾਰਾਂ ਦੇ ਕੋਈ ਜਿਹੜਾ ਫੌਜ ਵਿੱਚ ਜਵਾਨ ਹੈ ਜੇ ਉਹ ਸ਼ਹੀਦ ਹੋ ਜਾਂਦਾ ਹੈ ਤਾਂ ਉਸ ਨੂੰ 1 ਕਰੋੜ ਤੱਕ ਦੀ ਜਿਹੜੀ ਰਾਸ਼ੀ ਹੈ ਜਿਹੜੀ ਉਹ ਦਿੱਤੀ ਜਾਏਗੀ। ਉਹ ਕੈਪਟਨ ਸਰਕਾਰ ਸਮੇਂ ਹੋਇਆ ਸੀਗਾ, ਉਸ ਤੋਂ ਪਹਿਲਾਂ ਵੀ ਸਰਕਾਰਾਂ ਦਿੰਦੀਆਂ ਸੀ ਪਰ ਉਹ ਜਿਹੜਾ ਰਾਸ਼ੀ ਸੀਗੀ ਉਹ ਘੱਟ ਸੀਗੀ, ਪਰ ਕੈਪਟਨ ਸਰਕਾਰ ਨੇ 1 ਕਰੋੜ ਤੱਕ ਜਿਹੜੀ ਲੈ ਕੇ ਆਂਦੀ ਹੈ ਰਾਸ਼ੀ। ਸੋ ਇਸ ਦੇ ਚੱਲਦਿਆਂ ਹੁਣ ਬੀਤੇ ਦਿਨ ਹੀ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੇ ਪਰਿਵਾਰਾਂ ਨੂੰ ਮਿਲੇ ਨੇ ਜਿਹੜੇ ਨੌਜਵਾਨ ਸ਼ਹੀਦ ਹੋਏ ਨੇ ਤੇ ਉਹਨਾਂ ਨਾਲ ਦੁੱਖ ਸਾਂਝਾ ਕੀਤਾ ਤੇ ਦੁੱਖ ਸਾਂਝਾ ਕਰਦਿਆਂ ਹੀ ਉਹਨਾਂ ਨੂੰ 1 ਕਰੋੜ ਰੁਪਏ ਦਾ ਚੈੱਕ ਤੇ ਸਰਕਾਰੀ ਨੌਕਰੀ ਜਿਹੜਾ ਦੇਣ ਦਾ ਉਹਨਾਂ ਨਾਲ ਵਾਅਦਾ ਕੀਤਾ ਗਿਆ। ਸੋ ਇਸੇ ਦੇ ਚੱਲਦੇ ਜਿਹੜੇ ਆ ਨਵਜੋਤ ਸਿੰਘ ਸਿੱਧੂ ਨੇ ਉਹਨਾਂ ਦੇ ਤਾਰੀਫ ਕੀਤੀ ਹੈ ਕਿ ਕੰਮ ਆਪਣੇ ਆਪ ਵਿੱਚ ਬੋਲਦੇ ਨੇ, ਜਿਸ ਦੇ ਚੱਲਦਿਆਂ ਤਾਰੀਫ ਕਰਨੀ ਬਣਦੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਖੁਦ ਜਾ ਕੇ ਉਹਨਾਂ ਨੂੰ ਚੈੱਕ ਦੇ ਰਹੇ ਨੇ, ਜਿਸ ਦੇ ਚੱਲਦਿਆਂ ਕਿਤੇ ਨਾ ਕਿਤੇ ਉਹਨਾਂ ਪਰਿਵਾਰਾਂ ਨੂੰ ਜਿੱਥੇ ਇੱਕ ਵੱਡਾ ਘਾਟਾ ਪਿਆ ਇਨਸਾਨ ਤੌਰ 'ਤੇ, ਉਹ ਜਿਹੜਾ ਕਿਤੇ ਨਾ ਕਿਤੇ ਪਰਿਵਾਰ ਆਪਣਾ ਜਿਹੜਾ ਜੀਵਨ ਆ ਸੁਖਾਲਾ ਕੱਢ ਸਕੇ, ਕਿਉਂਕਿ ਬਹੁਤ ਸਾਰੀਆਂ ਸਮੱਸਿਆਵਾਂ ਹੁੰਦੀਆਂ ਨੇ। ਤਾਂ ਇਸੇ ਦੌਰਾਨ ਜਿਹੜਾ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਜਿਹੜਾ 1 ਕਰੋੜ ਰੁਪਏ ਜਿਹੜਾ ਜਿਹੜੀ ਸਹਾਇਤਾ ਰਾਸ਼ੀ ਦਿੱਤੀ ਗਈ ਹੈ ਤੇ ਇੱਕ ਸਰਕਾਰੀ ਨੌਕਰੀ ਦਾ ਜਿਹੜਾ ਉਹਨਾਂ ਨਾਲ ਵਾਅਦਾ ਕੀਤਾ ਗਿਆ, ਜਿਸ ਦੇ ਚੱਲਦਿਆਂ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਾਰੀਫ ਕੀਤੀ ਹੈ। ਜੀ।
ਸੋ ਇੱਥੇ ਅਸੀਂ ਹੁਣ ਅੱਗੇ ਵਧਦੇ ਹਾਂ। ਸੋ ਅਗਲਾ ਮੁੱਦਾ ਹੈ ਹਰਿਆਣਾ ਦੇ ਖੇਡ ਮੰਤਰੀ ਦਾ, ਜੋ ਕਿ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਘਿਰੇ ਹੋਏ ਨੇ। ਸੋ ਜਿਨ੍ਹਾਂ ਦੇ ਵੱਲੋਂ ਇਹਨਾਂ ਤੇ ਦੋਸ਼ ਲਗਾਏ ਗਏ, ਹੁਣ ਉਸ ਔਰਤ ਦੇ ਉੱਤੇ ਹੀ ਹਮਲਾ ਹੋ ਗਿਆ। ਸੋ ਤੁਸੀਂ ਇਸ ਨੂੰ ਕਿਵੇਂ ਵੇਖਦੇ ਹੋ? ਸੇ ਹਮਲਾ ਕਿਸ ਦੇ ਵੱਲੋਂ ਕਰਵਾਇਆ ਗਿਆ, ਦੱਸ ਸਕਦੇ ਹੋ ਕੁਝ? ਜੀ, ਜੋ ਇਹ ਮਹਿਲਾ ਕੋਚ ਸੀਗੀ ਹਰਿਆਣਾ ਤੋਂ, ਜਿਸ ਨੇ ਕਿ ਸਾਬਕਾ ਮੰਤਰੀ ਸੰਦੀਪ ਸਿੰਘ ਤੇ ਦੋਸ਼ ਲਗਾਏ ਸੀਗੇ ਕਿ ਉਹਨਾਂ ਨੇ ਉਸ ਨੂੰ ਉਹਦੇ ਨਾਲ ਜਿਨਸੀ ਸ਼ੋਸ਼ਣ ਕੀਤਾ ਹੈ, ਜਿਸ ਤੋਂ ਬਾਅਦ ਉਸ ਨੂੰ ਅਸਤੀਫਾ ਤੱਕ ਦੇਣਾ ਪਿਆ ਤੇ ਸਰਕਾਰ ਤੋਂ ਵਾਂਝੇ ਹੋਣਾ ਪਿਆ। ਇੱਥੋਂ ਤੱਕ ਕਿ ਗ੍ਰਿਫਤਾਰੀ ਸੰਦੀਪ ਸਿੰਘ ਦੀ ਹੋਈ ਹੈ। ਤਾਂ ਉਸੇ ਦੌਰਾਨ ਮਹਿਲਾ ਨੇ ਹੁਣ ਜਿਹੜੀ ਆਪਣਾ ਬੀਤੇ ਰਾਤ ਉਹਨਾਂ ਤੇ ਹਮਲਾ ਹੋ ਜਾਂਦਾ ਜਦੋਂ ਉਹ ਪੰਚਕੂਲਾ ਤੋਂ ਪੈਟਰੋਲ ਪੰਪ ਤੇ ਕਿਸੇ ਤੇ ਜਾ ਕੇ ਆਪਣੀ ਦੋਸਤ ਨਾਲ ਉਹ ਤੇਲ ਪੈਟਰੋਲ ਵਗੈਰਾ ਪਵਾ ਰਹੇ ਹੁੰਦੇ ਨੇ, ਤਾਂ ਉਹਨਾਂ ਤੇ ਕੋਈ ਗੱਡੀ ਵਾਲਾ ਹਮਲਾ ਕਰਨ ਦੀ ਕੋਸ਼ਿਸ਼ ਕਰਦਾ, ਜਿਸ ਵਿੱਚ ਉਹ ਬਾਲ-ਬਾਲ ਬਚ ਜਾਂਦੇ ਨੇ। ਜਿਸ ਵਿੱਚ ਉਸ ਮਹਿਲਾ ਕੋਚ ਵੱਲੋਂ ਇਹ ਦਾਅਵਾ ਕੀਤਾ ਗਿਆ ਕਿ ਪਹਿਲਾਂ ਵੀ ਉਸ ਨੂੰ ਇੱਕ ਸੋਸ਼ਲ ਮੀਡੀਆ ਰਾਹੀਂ ਜਿਹੜੀ ਧਮਕੀ ਦਿੱਤੀ ਗਈ ਸੀ ਕਿ ਅਸੀਂ ਹੁਣ ਹਾਲੇ ਧਮਕੀਆਂ ਹੀ ਦੇ ਰਹੇ ਹਾਂ ਤੇ ਹੁਣ ਜਲਦ ਹੀ ਅੰਜਾਮ ਦਿਖਾਵਾਂਗੇ ਇਸ ਦਾ, ਜਿਸ ਤੋਂ ਬਾਅਦ ਇਹ ਹਮਲਾ ਹੋ ਜਾਂਦਾ ਹੈ। ਸੋ ਇਸੇ ਦੇ ਚੱਲਦਿਆਂ ਹੁਣ ਉਹੀ ਗੱਲ ਸਿਕਿਉਰਿਟੀ ਦੀ ਆ ਗਈ ਮੈਡਮ ਕਿ ਜਿੱਥੇ ਅਜਿਹੇ ਕੇਸ ਆ ਜਾਂਦੇ ਨੇ ਕਿ ਜਿੱਥੇ ਕੋਈ ਵੱਡੇ ਕਿਸੇ ਲੀਡਰ ਤੇ ਦੋਸ਼ ਲਗਾਉਣਾ ਆਪਣੇ ਆਪ 'ਚ ਹੀ ਇੱਕ ਵੱਡਾ ਕਦਮ ਹੁੰਦਾ ਹੈ, ਕਿਉਂਕਿ ਇੱਕ ਸੂਬੇ ਦਾ ਖੇਡ ਮੰਤਰੀ ਹੋਵੇ ਤੇ ਉਸ ਤੇ ਅਜਿਹੇ ਦੋਸ਼ ਲੱਗ ਜਾਣਾ ਤੇ ਉਸ ਤੋਂ ਬਾਅਦ ਜਿਹੜੇ ਦੋਸ਼ ਲਗਾਉਂਦਾ ਹੈ ਉਹ ਆਪਣੀ ਜਾਨ ਤਲੀ ਤੇ ਰੱਖ ਕੇ ਕਿਤੇ ਨਾ ਕਿਤੇ ਕਦਮ ਚੱਕਦਾ ਹੈ। ਕਿਉਂਕਿ ਸਰਕਾਰਾਂ ਵਿੱਚ ਜਦੋਂ ਹੁੰਦਾ ਵਿਅਕਤੀ ਜਾਂ ਕਿਸੇ ਪਾਵਰ ਵਿੱਚ ਹੁੰਦਾ ਹੈ ਤਾਂ ਉਹ ਕੁਝ ਵੀ ਕਰਾ ਸਕਦਾ ਹੈ। ਹਾਲਾਂਕਿ ਅਸੀਂ ਉਹਨਾਂ ਤੇ ਦੋਸ਼ ਨਹੀਂ ਲਗਾ ਰਹੇ ਸੰਦੀਪ ਸਿੰਘ ਤੇ, ਪਰ ਜਾਂ ਉਹਨਾਂ ਦੇ ਕੋਈ ਵੀ ਰੰਜਿਸ਼ ਰੱਖਦਾ ਹੋਇਆ ਕਿ ਸੰਦੀਪ ਸਿੰਘ ਦਾ ਨਾਂ ਲੱਗ ਸਕਦਾ ਕਿ ਹਾਂ ਉਹਨਾਂ ਵੱਲੋਂ ਕਰਵਾਇਆ ਹੋਣਾ। ਅਜਿਹੀਆਂ ਜਿਹੜੀਆਂ ਖੇਡਾਂ ਅਜਿਹੇ ਮਾਮਲਿਆਂ ਵਿੱਚ ਦੇਖੀਆਂ ਜਾਂਦੀਆਂ ਨੇ। ਇਸ ਦੇ ਚੱਲਦਿਆਂ ਹੁਣ ਜਿਹੜਾ ਇਹ ਮਹਿਲਾ ਕੋਚ ਨੇ ਜੂਨੀਅਰ, ਉਹਨਾਂ ਨੇ ਜਿਹੜਾ ਦੋਸ਼ ਲਗਾਇਆ ਕਿ ਉਹਨਾਂ ਤੇ ਜਿਹੜਾ ਜਾਨਲੇਵਾ ਹਮਲਾ ਹੈ ਜਿਹੜਾ ਬੀਤੇ ਦਿਨੀ ਕੀਤਾ ਗਿਆ, ਜਿਸ ਵਿੱਚ ਉਹ ਬਾਲ-ਬਾਲ ਬਚੇ ਨੇ। ਸੋ ਇਸ ਤੇ ਹੁਣ ਉਹਨਾਂ ਵੱਲੋਂ ਜਿਹੜੀ ਹੈ FIR ਦਰਜ ਕਰਾਈ ਗਈ ਹੈ। ਜਾਂਚ ਹੋਏਗੀ ਕਿ ਆਖਰਕਾਰ ਉਹ ਗੱਡੀ ਚ ਹੈ ਕੌਣ ਸੀਗਾ, ਗੱਡੀ ਕਿੱਥੋਂ ਦੀ ਸੀਗੀ। ਸੋ ਵੱਖ-ਵੱਖ ਹੁਣ ਇਹ ਜਾਂਚ ਦਾ ਵਿਸ਼ਾ ਬਣ ਗਿਆ ਹੈ। ਸੋ ਇਸ ਦੇ ਚੱਲਦਿਆਂ ਜਿੱਥੇ ਇੱਕ ਦੇਖਿਆ ਜਾਵੇ ਕਿ ਇੱਕ ਸੂਬੇ ਦੇ ਖੇਡ ਮੰਤਰੀ ਤੇ ਅਜਿਹੇ ਦੋਸ਼ ਲੱਗ ਜਾਣੇ ਤਾਂ ਉਸ ਨੂੰ ਗ੍ਰਿਫਤਾਰ ਤੱਕ ਹੋ ਜਾਣਾ, ਤਾਂ ਕਿਤੇ ਨਾ ਕਿਤੇ ਜਿਹੜੇ ਹੈ ਸਾਡੇ ਪ੍ਰਸ਼ਾਸਨ ਤੇ ਜਾਂ ਸਾਡੀਆਂ ਸਰਕਾਰਾਂ ਤੇ ਸਵਾਲੀਆ ਚਿੰਨ੍ਹ ਜ਼ਰੂਰ ਖੜੇ ਹੁੰਦੇ ਨੇ ਕਿ ਆਖਰਕਾਰ ਸਾਨੂੰ ਅਜਿਹੇ ਲੀਡਰਾਂ ਦਾ ਕਿਉਂ ਨਹੀਂ ਪਤਾ ਲੱਗਦਾ ਕਿ ਸਾਡੇ ਨਾਲ ਅਜਿਹੇ ਲੀਡਰ ਵੀ ਚੱਲ ਰਹੇ ਆ ਕਿ ਜਿਹੜੇ ਇੰਨੀ ਘਿਨਾਉਣੀ ਹਰਕਤ ਨੂੰ ਜਿਹੜਾ ਅੰਜਾਮ ਦੇ ਸਕਦੇ ਨੇ। ਸੋ ਹਾਲਾਂਕਿ ਜਿਹੜਾ ਕੋਰਟ ਵੱਲੋਂ ਇਸ ਤੇ ਕੋਈ ਡਿਸੀਜਨ ਨਹੀਂ ਲਿਆ ਗਿਆ, ਪਰ ਅਸੀਂ ਬਾਕੀ ਜਿਹੜੀ ਉਹ ਗੱਲ ਕਰ ਰਹੇ ਹਾਂ ਕਿ ਜਦੋਂ ਅਜਿਹੇ ਮਾਮਲੇ ਆ ਜਾਂਦੇ ਨੇ ਤਾਂ ਸਰਕਾਰਾਂ ਫਿਰ ਆਪਣੀਆਂ ਸਫਾਈਆਂ ਦਿੰਦੀਆਂ ਕਿ ਸਾਨੂੰ ਪਤਾ ਨਹੀਂ ਸੀਗਾ, ਇਹ ਸੀਗਾ, ਉਹ ਸੀਗਾ। ਸੋ ਇਸ ਦੇ ਚੱਲਦਿਆਂ ਕਿਤੇ ਨਾ ਕਿਤੇ ਸਰਕਾਰਾਂ ਜ਼ਰੂਰ ਸਾਫ਼ ਸੁਥਰੀ ਛਵੀ ਵਾਲੇ ਹੀ ਜਿਹੜੇ ਲੀਡਰਾਂ ਨੂੰ ਚੁਣਿਆ ਜਾਵੇ ਤਾਂ ਕਰਕੇ ਹੀ ਲੋਕਾਂ ਦਾ ਕੋਈ ਭਲਾ ਹੋ ਸਕੇਗਾ। ਕਿਉਂਕਿ ਜਿਹੜਾ ਆਪ ਲੀਡਰ ਸਹੀ ਹੋਏਗਾ ਤਾਂ ਹੀ ਉਹ ਕਿਸੇ ਦਾ ਸਹੀ ਤਰੀਕੇ ਨਾਲ ਕੋਈ ਕੰਮ ਕਰੇਗਾ। ਜੇਕਰ ਲੀਡਰ ਹੀ 100 ਜਿਹੜੇ ਮਾਮਲਿਆਂ ਵਿੱਚ ਡੁੱਬਿਆ ਹੋਇਆ ਜਾਂ 100 ਦੋਸ਼ਾਂ ਵਿੱਚ ਜਿਹੜਾ ਦੋਸ਼ੀ ਹੈ, ਸੋ ਉਸ ਦੇ ਚੱਲਦਿਆਂ ਉਹਨਾਂ ਨੂੰ ਪਾਰਟੀ ਵਿੱਚ ਚਲਾਉਣਾ ਕਿਤੇ ਨਾ ਕਿਤੇ ਸਰਕਾਰ ਦੀ ਨੀਤੀ ਤੇ ਵੀ ਸਵਾਲ ਖੜੇ ਕਰ ਦਿੰਦਾ ਹੈ, ਜਿਸ ਦੇ ਚੱਲਦਿਆਂ ਖੱਟਰ ਸਰਕਾਰ ਤੇ ਵੱਡੇ ਸਵਾਲ ਖੜੇ ਹੋਏ ਸੀਗੇ ਸੰਦੀਪ ਸਿੰਘ ਨੂੰ ਲੈ ਕੇ। ਹਾਲਾਂਕਿ ਸਰਕਾਰ ਵੱਲੋਂ ਵੱਡਾ ਐਕਸ਼ਨ ਲਿਆ ਗਿਆ, ਨਾਲ ਦੀ ਨਾਲ ਉਹਨਾਂ ਦਾ ਅਸਤੀਫਾ ਲੈ ਲਿਆ ਗਿਆ ਤੇ ਉਹਨਾਂ ਨੂੰ ਜਿਹੜਾ ਅਰੈਸਟ ਤੱਕ ਕਰਵਾ ਦਿੱਤਾ। ਸੋ ਹੁਣ ਜਿਹੜੇ ਮਹਿਲਾ ਕੋਚ ਨੇ, ਸੋ ਉਹਨਾਂ ਵੱਲੋਂ ਹੁਣ ਇਸ ਨੂੰ ਲੈ ਕੇ ਸਿਕਿਉਰਿਟੀ ਤੱਕ ਵੀ ਮੰਗੀ ਜਾ ਰਹੀ ਹੈ। ਹਾਲਾਂਕਿ ਜਾਣਕਾਰੀ ਮਿਲ ਰਹੀ ਹੈ ਕਿ ਸਿਕਿਉਰਿਟੀ ਦਿੱਤੀ ਜਾਵੇ। ਸੋ ਇਹ ਵੀ ਵੱਡਾ ਜਾਂਚ ਦਾ ਵਿਸ਼ਾ ਹੋਏਗਾ ਕਿ ਉਸ ਮਹਿਲਾ ਕੋਚ ਨੇ ਕੀ ਸਿਰਫ ਸਿਕਿਉਰਿਟੀ ਲੈਣ ਪਿੱਛੇ ਹੀ ਤਾਂ ਨਹੀਂ ਅਜਿਹਾ ਕੁਝ ਉਹ ਕਰਿਆ, ਜਾਂ ਅਸਲ ਵਿੱਚ ਉਸ 'ਤੇ ਹਮਲਾ ਹੋਇਆ। ਜੀ ਮੈਡਮ ਜੀ। ਸੋ ਇਸ ਦੇ ਨਾਲ ਹੀ ਸਮਾਂ ਹੋ ਚਲੇ ਜੀ ਆਪ ਜੀ ਤੋਂ ਆ ਗਿਆ ਲੈਂਦਾ। ਸੋ ਸਾਡੇ ਖਾਸ ਪ੍ਰੋਗਰਾਮ ਪੱਖ ਦਾ ਮੁੱਦਾ ਵਿੱਚ ਫਿਲਹਾਲ ਇੰਨਾ ਹੀ। ਇਸ ਦੇ ਨਾਲ ਤੁਸੀਂ ਸਮਝੋ ਆ ਗਿਆ। ਧੰਨਵਾਦ।